अकरम ने नहीं मारा, अकरम ने नहीं मारा, ना ਉਹਦੇ ਤਾਲੁਕਾਤ ਸਨ ਤੇ ਨਾ ਉਹਦੇ ਕੋਈ ਨਹੀਂ ਪਾਵਰ ਸੀ। नाजरीन, आयशा कत्ल केस में अब आपको बड़ी पेशरफ्त बता रहे हैं, तहलका खेज बात कि आयशा के मामलात किस तरफ जा रहे थे। कत्ल करने वाला एक है, दो है, चार है, कितने और किस तरह कत्ल किया गया। मेरे साथ देसी एंकर हैं, हम वहां गए, कुछ खुफिया लोगों से मुलाकातें हुई जिन्होंने कहा कि हमारा नाम ना बताइएगा, लेकिन हम आपको अंदर की तमाम खबरें बताते हैं कि आयशा को मारने के लिए क्या क्या प्लान किया गया। देसी एंकर साहब, अस्सलाम वालेकुम। वालेकुम सलाम। जाद खान साहब, आप वहां गए, हाँ जी, आपके साथ कोई खुफिया लोग भी मिले? बहुत सारे लोग उत्थे मिले ने जिन्हां ने गलबात हुई साडे नाल। दस्सिया कि ਜਿਹੜੇ लोग कैमरे ਦੇ सामने आंदे ना, ਉਹ ਜਿਹੜੀ ਗੱਲ ਕਰਦੇ ਨੇ ਉਹ ਕਰਦੇ ਨੇ ਨੱਪੀ ਤੁੱਲੀ। अच्छा, क्योंकि पूरी दुनिया ने वेखनी होंदी है। कुछ सच भी नहीं अक्सर बोलते कि सच बोलांगे तो फंस जावांगे, हाँ हाँ ये ऐसे हुआ था, ये बिल्कुल ज्यादती हुई है। लेकिन सही खबर उथों मिलती है ਜਿਹੜੇ ਬੰਦੇ ਕਹਿੰਦੇ ਨਹੀਂ ਭਾਜੀ ਤੁਹਾਨੂੰ ਮੈਂ ਗੱਲ ਦੱਸਾਂ, ਕਿਸੇ ਨੂੰ ਦੱਸਣਾ ਨਾ, हाँ, ਸਮਝੋ ਕਿ ਉਹ ਗੱਲ ਸਹੀ ਦੱਸ ਰਿਹਾ। ਉਹਨੇ ਕੀ ਦੱਸਿਆ? हाँ, ब्रेकिंग न्यूज़ दसो। ब्रेकिंग न्यूज़ ਇਹ ਹੈ ਉੱਥੇ ਦੇ 2-4 ਬੰਦੇ ਸਾਨੂੰ ਉਸ ਇਲਾਕੇ ਦੇ ਮਿਲੇ ਨੇ ਤੇ ਇੱਕ ਬੜੀ ਮੌਜੂਦ ਸ਼ਖਸੀਅਤ ਸੀ ਉਸ ਕਲੋਨੀ ਦੀ, ਉਹ ਸਾਨੂੰ ਮਿਲੀ। ਉਹਨੇ ਦੱਸਿਆ ਕਿ ਭਾਈਜਾਨ 8 ਤੋਂ 10 ਦਿਨ ਤੁਸੀਂ ਖੜੋ ਜਾਓ, ਇਸ ਕਤਲ ਦੇ ਅਸਲ ਹਕਾਇਕ ਸਾਹਮਣੇ ਆ ਜਾਣਗੇ। ਇਹ ਕਤਲ ਕਰਨ ਵਾਲਾ ਕੱਲਾ ਇਕਰਾਮ ਨਹੀਂ, और इकराम ਦੇ ਤਲਕਾਤ ਵੀ ਨਹੀਂ ਸੀ। ਉਹ ਯਾਰ ਉਹਨੇ ਤਾਂ ਕਦੀ ਚਿੜੀ ਨਹੀਂ ਸੀ ਮਾਰੀ। ਬੰਦਾ ਉਹ ਮਾਰਦਾ ਜਿਹੜਾ ਸਹੀ ਕ੍ਰਿਮੀਨਲ ਆਦਮੀ ਹੋਵੇ, ਜਿਹੜਾ ਦਿਲ ਗੁਰਦਾ ਹੋਵੇ। ਅਕਰਮ ਨੇ ਨਹੀਂ ਮਾਰਿਆ, ਅਕਰਮ ਨੇ ਨਹੀਂ ਮਾਰਿਆ, ਨਾ ਉਹਦੇ ਤਾਲੁਕਾਤ ਸਨ ਤੇ ਨਾ ਉਹਦੇ ਕੋਈ ਨਹੀਂ ਪਾਵਰ ਸੀ। ਅਕਰਮ ਨੇ ਨਹੀਂ ਗੋਲੀ ਮਾਰੀ। ਉਹ ਗੋਲੀ ਅਕਰਮ ਨੇ ਮਾਰੀ ਏ, ਮਰਵਾਈ ਕਿਨੇ? ਇਹ ਪੁੱਛੋ ਮਰਵਾਈ ਕਿਨੇ? ਕੌਣ ਕੌਣ ਮੁਲਵਸ? ਉਹ ਜਿਹੜੇ ਬੰਦੇ ਮੈਨੂੰ ਮਿਲੇ ਨਾ, ਉੱਥੇ ਦੀ ਮੌਜੂਦ ਸ਼ਖਸੀਅਤ ਮਿਲੀ। ਉਹਨੇ ਕਿਹਾ ਸਾਡਾ ਨਾਂ ਨਾ ਲਈ, ਨਾ ਨਹੀਂ ਦੱਸਣਾ ਨਾ, ਉਹਨੇ ਕਿਹਾ ਨਾ ਸਾਡਾ ਨਾਂ ਲਈ, ਨਾ ਸਾਡਾ ਜ਼ਿਕਰ ਕਰੀ। ਲੇਕਿਨ ਇਹ ਦੱਸਣਾ ਪੈਂਦਾ ਕਿ ਉੱਥੇ ਦੇ ਜਿਹੜੇ ਜ਼ਰਾਏ ਸਨ ਉਹਨਾਂ ਨੇ ਦੱਸਿਆ ਕਿ ਭਾਈ ਨੇ 8 ਤੋਂ 10 ਦਿਨ ਖੜੋ ਜੋ, ਇਸ ਕਤਲ ਵਿੱਚ ਤੁਹਾਨੂੰ ਖਾਨਦਾਨ ਦੇ ਕਈ ਬੰਦੇ ਮੁਲਵਸ ਨਜ਼ਰ ਆਣਗੇ। ਪੂਰਾ ਖਾਨਦਾਨ ਮੁਲਵਸ ਹੈ? ਕਹਿ ਸਕਦੇ ਜਿੰਨੇ ਲੋਕ ਉੱਥੇ ਮੌਜੂਦ ਸੀ ਉਹ ਕਹਿ ਸਕਦੇ। ਉਸ ਬੰਦੇ ਨੇ ਇਹੀ ਕਿਹਾ। ਉਹਨੇ ਕਿਹਾ ਭਾਈ ਨੇ ਗੱਲ ਬੜੀ ਤਲਖ ਹੈਗੀ, ਲੇਕਿਨ ਥੋੜੇ ਦਿਨ ਗੁਜ਼ਰ ਲੈਣ ਦੋ, ਤੁਹਾਡੇ ਸਾਹਮਣੇ ਕਾਫੀ ਗੱਲਾਂ ਖੁੱਲ ਕੇ ਆ ਜਾਣਗੀਆਂ। ਤੁਸੀਂ ਪੈਸੇ ਫੜੇ ਨੇ? ਨਹੀਂ। ਕਿਉਂ ਨਹੀਂ ਸਿੱਧਾ ਦੱਸ ਰਿਹਾ ਕਿ ਉਹਨੇ ਕਿਹਾ ਕਿ ਪੂਰਾ ਖਾਨਦਾਨ ਮੁਲਵਸ ਹੈ? ਹਾਂ, ਉਹਨੇ ਗੋਲੀ ਦੀ ਆਵਾਜ਼ ਆਈ, ਕਿਉਂ ਨਹੀਂ ਦੱਸ ਰਿਹਾ? ਉਹਨੇ ਕਿਹਾ ਗੋਲੀ ਦੀ ਆਵਾਜ਼ ਆਈ। ਉਹਨੇ ਫਿਰ ਸਾਰੇ ਹਕਾਇਕ ਦੱਸੇ ਨੇ। ਉਹਨੇ ਕਿਹਾ ਭਾਜੀ ਗੋਲੀ ਦੀ ਆਵਾਜ਼ ਆਈ ਹੈ, ਕੋਈ ਬੰਦਾ ਨਾ ਉੱਠਿਆ। ਉਹ ਪਿਓ ਕਹਿੰਦਾ ਜੀ ਉਹ ਬਲਬ ਦਾ ਪਟਾਖਾ ਵੱਜਿਆ, ਇੰਨੀ ਕੁ ਆਵਾਜ਼ ਆਈ ਹੈ। ਉਹ ਨਾਲ ਜਿਹੜੀ ਉਹਦੀ ਮੁਜਰਮ ਦੀ ਭੈਣ, ਉਹ ਜਿਹੜੀ ਨਾਲ ਮੁਜਰਮ ਦੀ ਬੀਵੀ ਸੀ, ਉਹ ਸੁੱਤੀ ਪਈ ਸੀ। 2 ਬੱਚੇ ਸੁੱਤੇ ਪਏ ਨੇ, 2 ਕੁੜੀਆਂ ਹੋਰ ਸੁੱਤੀ ਪਈਆਂ, ਉਹ ਨਾ ਉੱਠੀ, ਗੋਲੀ ਵੱਜੀ। ਇਥੋਂ ਉਹਨੇ ਇਹ ਵੀ ਦੱਸਿਆ ਕਿ ਪੂਰਾ ਖਾਨਦਾਨ ਮੁਲਵਸ ਸੀ ਔਰ ਵੇਖਦਾ ਰਿਹਾ ਕਿ ਇਹਨੂੰ ਦਬਾਉਣਾ ਕਿਵੇਂ ਆ। ਹਾਂਜੀ, ਇਹ ਗੱਲ ਹੈ, ਸਹੀ ਹੈ। ਇਹ ਬਿਲਕੁਲ ਉਸ ਬੰਦੇ ਨੇ ਸਾਨੂੰ ਦੱਸਿਆ ਕਿ ਭਾਈ ਨੇ ਇਹ ਖਾਨਦਾਨ ਮੁਲਵਸ। ਭਾਈਜਾਨ ਉਸ ਬੰਦੇ ਨੇ ਦੱਸਿਆ, ਉਹਨੇ ਕਿਹਾ ਭਾਈ ਨੇ ਇਹ ਪੂਰਾ ਖਾਨਦਾਨ ਵਿੱਚ ਮੁਲਵਸ ਹੈਗਾ। ਚੰਦ ਲੋਕ ਹੋਣਗੇ ਜਿਹੜੇ ਨਹੀਂ ਹੋਣਗੇ, ਲੇਕਿਨ ਅਕਸਰੀਅਤ ਲੋਕਾਂ ਨੂੰ ਪਤਾ ਹੈ ਇਹ ਬੱਚੀ ਕਿਹਨੇ ਕਤਲ ਕੀਤੀ ਹੈ, ਕਿਹਨੇ ਕਤਲ ਕਰਾਈ ਹੈ, ਕਿਹੜਾ ਮੁਲਵਸ ਹੈ। ਇਹ ਪੁਲਿਸ ਦੀ ਜਿਹੜੀ ਤਫਤੀਸ਼ ਹੈ ਨਾ, ਅਜੇ ਸਟਾਰਟ ਸ਼ੁਰੂ ਹੋਇਆ ਹੈ। ਲੇਕਿਨ 10-15 ਦਿਨ ਤੁਸੀਂ ਠਹਿਰ ਜਾਓ। ਕੁਝ ਮੁਲਾਜ਼ਮ ਲੋਕ ਵੀ ਸਨ ਉੱਥੇ ਦੇ ਜਿਹੜੇ ਮੌਕਾ ਵਾਰਦਾਤ ਤੋਂ ਫੌਰੀ ਪਹੁੰਚ ਗਏ ਸਨ। ਉਹਨੇ ਕਿਹਾ ਯਾਰ ਸਾਡੀ ਮਜਬੂਰੀ, ਅਸੀਂ ਸਾਹਮਣੇ ਨਹੀਂ ਆ ਸਕਦੇ, ਲੇਕਿਨ ਜੋ ਅਸੀਂ ਵੇਖਿਆ ਨਾ, ਇਹ ਪਰੀ ਪਲਾਨ ਕਤਲ ਹੋਇਆ। ਇਕਰਾਮ ਦਾ ਇਕੱਲੇ ਦਾ ਕੰਮ ਨਹੀਂ ਕਤਲ ਕਰਨਾ। ਜਿਹੜੀ ਮਾਂ ਕਹਿ ਰਹੀ ਸੀ ਕਿ ਮੈਨੂੰ ਕੁਝ ਨਹੀਂ ਪਤਾ, ਮੈਂ ਸਜ਼ਾ ਦਿਲਾਵਾਂਗੀ, ਔਰ ਮੇਰੀ ਧੀ ਦੇ ਵੀ ਕਿਸੇ ਨਾਲ ਤਲਕਾਤ ਨਹੀਂ ਸੀ, ਉਹ ਬੜੀ ਖੁਸ਼ ਸੀ, ਇਹ ਗੱਲ ਠੀਕ ਹੈ? ਇਹ ਬਿਲਕੁਲ ਠੀਕ ਹੈ। ਉਹਦੀ ਬੇਟੀ ਦਾ ਕੋਈ ਤਾਲੁਕ ਸੀ, ਉਹਦੀ ਬੇਟੀ ਦਾ ਕੋਈ ਤਾਲੁਕ ਨਹੀਂ ਸੀ। ਉਹ ਆਪਣੇ ਹੋਣ ਵਾਲੇ ਮੰਗੇਤਰ ਫਲਕ ਸ਼ੇਰ ਨਾਲ ਸੱਚਾ ਪਿਆਰ ਕਰਦੀ ਸੀ, ਉਹਦੇ ਨਾਲ ਲਵ ਮੈਰਿਜ ਕਰ ਰਹੀ ਸੀ। ਉਸ ਬੱਚੀ ਤੇ ਜਿਹੜਾ ਬੰਦਾ ਇਲਜ਼ਾਮ ਲਾਏਗਾ, ਗਲਤ ਲਾਏਗਾ, ਉਹ ਬੱਚੀ ਸਾਫ਼ ਗੋ ਸੀ। ਇਸ ਗੱਲ ਦੇ ਵਿੱਚ ਕਿੰਨੀ ਹਕੀਕਤ ਹੈ ਕਿ ਪੂਰਾ ਖਾਨਦਾਨ ਮੁਲਵਸ ਸੀ? ਗੋਲੀ ਚੱਲਣ ਤੇ ਵੀ ਸਾਰਿਆਂ ਨੂੰ ਪਤਾ ਲੱਗਾ ਔਰ ਇਸ ਕਤਲ ਨੂੰ ਦਬਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਬਿਲਕੁਲ ਉੱਥੇ ਦੇ ਜਿਹੜੇ ਜ਼ਰਾਏ ਨੇ ਲੋਕ ਨੇ, ਉਹਨਾਂ ਨੇ ਕਿਹਾ ਭਾਈ ਜੀ ਇਹ ਕਤਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਇਹਦੇ ਤੇ ਪਰਦਾ ਪਾਇਆ ਜਾ ਰਿਹਾ ਸੀਗਾ। ਇਹ ਦੱਸਿਆ ਜਾ ਰਿਹਾ ਸੀ ਕਿ ਸੰਗੀ ਕੁੱਟੀ ਗਈ ਹੈ, ਜਾਂ ਇਹਦਾ ਦਿਲ ਦਾ ਅਟੈਕ ਹੋਇਆ, ਜਾਂ ਇਹਦਾ ਸਾਹ ਬੰਦ ਹੋ ਗਿਆ। ਜਦੋਂ ਮਹੱਲੇਦਾਰ ਉੱਥੇ ਪਹੁੰਚੇ ਨੇ, ਲੇਕਿਨ ਹੈ ਕਤਲ। ਇਹਨੂੰ ਰੰਗ ਹੋਰ ਦੇਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਨਾ ਹੱਕ ਕਤਲ ਕਦੀ ਵੀ ਨਹੀਂ ਲੁਕਦਾ। ਮੁਲਜ਼ਮ ਨੂੰ ਭਜਾਇਆ ਵੀ ਇਹਨਾਂ ਨੇ, ਫਰਾਰ ਵੀ ਇਹਨਾਂ ਨੇ ਕਰਾਇਆ। ਹੋਰ ਕਿੰਨੇ ਉਹ ਫਰਾਰ ਕਰਾਇਆ? ਨਿਕਲੋ। ਹਾਂਜੀ, ਉੱਥੇ ਦੇ ਜਿਹੜੇ ਹੈਗੇ ਸੀ ਲੋਕ, ਉਹਨਾਂ ਨੇ ਕਿਹਾ ਨੱਸ ਜਾ, ਉਹ ਨੱਸ ਗਿਆ, ਲੇਕਿਨ ਫੜਿਆ ਗਿਆ। ਪੰਜਾਬ ਪੁਲਿਸ ਤੁਹਾਨੂੰ ਪਤਾ ਯਾਰ ਜ਼ਾਦ ਖਾਨ ਸਾਹਿਬ, ਹੈਰਾਨਗੀ ਦੀ ਇਹ ਗੱਲ ਹੈ
ਕਿ ਆਇਸ਼ਾ ਨੂੰ ਮਾਰਿਆ ਗਿਆ, ਸਭ ਨੂੰ ਪਤਾ ਚੱਲ ਗਿਆ, ਫਾਇਰ ਦੀ ਆਵਾਜ਼ ਦੂਰ ਤੱਕ ਗਈ। ਸ਼ਾਹ ਜੀ ਨੇ ਵੀ ਕਿਹਾ, शाह जी ने भी किया ਕਿ ਆਵਾਜ਼ ਲੱਗੀ ਆਈ। हाँ बिल्कुल। ਉਹਦੇ ਬਾਵਜੂਦ ਕੋਈ ਬੰਦੇ ਨੇ ਨਹੀਂ ਕਿਹਾ ਕਿ ਆਇਸ਼ਾ ਨੂੰ ਮਾਰਿਆ। ਉਹ ਤੇ ਮੁਲਜ਼ਮ ਨੇ ਬਾਅਦ ਚ ਫੜਿਆ ਤੇ ਫਿਰ ਪਤਾ ਲੱਗਾ। ਉੱਥੇ ਤੇ ਇਹੀ ਕਹਿ ਰਹੇ ਸਨ ਨਾ ਕਿ ਇਹਦੀ ਤਬੀਅਤ ਖਰਾਬ ਹੋ ਗਈ ਹੈ, ਇਹਦਾ ਸਾਹ ਬੰਦ ਹੋ ਗਿਆ, ਇਹਨੂੰ ਡਾਕਟਰ ਕੋਲ ਲੈ ਜਾਓ। ਔਰ ਜਿਹੜੇ ਸ਼ਾਹ ਜੀ ਸਨ ਉਹਨਾਂ ਨੂੰ ਬੁਲਾ ਕੇ ਗੱਡੀ ਫੌਰੀ ਕੱਢੋ, ਉਹ ਸਾਡੀ ਬੱਚੀ ਦੀ ਤਾਂ ਤਬੀਅਤ ਕਿ ਖਰਾਬ ਸਾਡੇ ਤੇ ਨਾ ਪਵੇ, ਹਸਪਤਾਲ ਵਾਲਿਆਂ ਤੇ ਪੈ ਜਾਵੇ। ਯਾਰ ਬੱਚੀ ਨੂੰ ਗੋਲੀ ਵੱਜੀ ਹੋਵੇ ਤੇ ਪੂਰੇ ਖਾਨਦਾਨ ਨੂੰ ਨਾ ਪਤਾ ਹੋਵੇ ਗੋਲੀ ਵੱਜੀ, ਸ਼ਾਹ ਜੀ ਨੂੰ ਕਿਉਂ ਬੁਲਾ ਕੇ ਕਹਿ ਰਹੇ ਨੇ? ਕੌਣ ਕੌਣ ਮੁਲਵਸ ਹੋਏਗਾ? ਦੇਖੋ ਜਿਹੜੇ ਉੱਥੇ ਦਾ ਬੰਦਾ ਆਪਣਾ ਦਿਮਾਗ ਲੜਾਓ। ਤੁਸੀਂ ਉੱਥੇ ਗਏ ਹੋ ਨਾ, ਮੈਂ ਗਿਆ, ਬੰਦੇ ਮਿਲੇ, ਬੰਦਿਆਂ ਦਾ ਦਿਮਾਗ ਲੜਾਓ। ਕੌਣ ਅੱਛਾ ਮੁਲਵਸ ਹੋਏਗਾ? ਅੱਛਾ ਸਿਰਫ ਤੁਸੀਂ ਇਹਨਾਂ ਦੱਸ ਦਿਓ, ਉਹ ਜਿਹੜੀ ਮਾਂ ਦੀ ਤੇ ਧੀ ਦੀ ਇੱਕ ਖੁਫੀਆ ਵੀਡੀਓ ਤੁਸੀਂ ਆਪਣੇ ਚੈਨਲ ਤੇ ਚਲਾਈ, ਸਿਰਫ ਵੀਵਰਸ ਦੇਖ ਕੇ ਇਹ ਦੱਸ ਦੇਣ ਮਾਂ ਤੇ ਧੀ ਦੇ ਚਿਹਰੇ ਤੋਂ ਜਾਂ ਗੱਲਬਾਤ ਤੋਂ ਦੁੱਖ ਮਹਿਸੂਸ ਹੋ ਰਿਹਾ ਸੀ? ਉਹ ਤੇ ਕਹਿ ਰਹੀ ਸੀ ਨਿਕਲੋ ਨਿਕਲੋ ਨਿਕਲੋ। ਕਿਉਂ ਨਿਕਲੋ? ਕੁਝ ਨਹੀਂ ਚਾਹੀਦਾ, ਕਿਉਂ ਨਿਕਲੋ? ਇਨਸਾਫ ਇਹ ਉਹ ਸਾਨੂੰ ਨਹੀਂ ਮਿਲਣਾ। ਉਹ ਭਾਈ ਨਿਕਲੋ। ਭਾਈ ਜਿਹਦਾ ਕਤਲ ਹੋਵੇ ਨਾ, ਜਿਹਦਾ ਨਾ ਹੱਕ ਕਤਲ ਹੋਵੇ, ਤੇ ਬੋਲਦਾ ਉਹ ਰੋਡ ਤੇ ਖੜੋ ਕੇ ਕਹਿੰਦਾ ਮੇਰੇ ਨਾਲ ਜ਼ਿਆਦਤੀ ਹੋਈ, ਮੈਨੂੰ ਇਨਸਾਫ ਦਿਵਾਓ। ਉਹਦੀ ਮਾਂ ਕਹਿ ਰਹੀ ਨਿਕਲੋ। ਉਹ ਕਹਿੰਦੇ ਨਿਕਲੋ ਨਿਕਲੋ, ਅਸੀਂ ਨਹੀਂ ਇੰਟਰਵਿਊ ਦੇਣਾ, ਨਿਕਲੋ ਨਿਕਲੋ। ਕਿਉਂ? ਉਹ ਮੀਡੀਆ ਨੂੰ ਵਿੱਚ ਵੜ, ਕਿਉਂਕਿ ਤੁਹਾਨੂੰ ਕਹਿ ਰਹੀ ਸੀ ਨਿਕਲੋ ਨਿਕਲੋ, ਮੈਨੂੰ ਨਹੀਂ ਕਹਿ ਰਹੀ ਸੀ। ਮੈਨੂੰ ਕਹਿ ਰਹੀ ਸੀਗੀ ਵੀ ਨਿਕਲੋ ਨਿਕਲੋ, ਤੇ ਮੈਂ ਫਿਰ ਵੀ, ਕਿਉਂਕਿ ਅਸੀਂ ਸੋਸ਼ਲ ਮੀਡੀਆ ਦਾ ਕੰਮ ਹੈਗਾ, ਐਂਕਰ ਪਰਸਨ ਦਾ ਕੰਮ ਹੈਗਾ ਅਸਲ ਹਕਾਇਕ ਨੂੰ ਬਾਹਰ ਕੱਢਣਾ। ਅਸਲ ਤੁਸੀਂ ਅੱਗੇ ਦਰਵਾਜ਼ੇ ਤੱਕ ਗਏ ਸੀ, ਮੈਂ ਪਿੱਛੇ ਖਲੋਤਾ ਸੀ। ਹਾਂਜੀ, ਸਾਡਾ ਕੰਮ ਹੈ ਦੁਨੀਆ ਨੂੰ ਅਸਲ ਹਕਾਇਕ ਦਿਖਾਣਾ ਵੀ ਕਤਲ ਕਿਉਂ ਹੋਇਆ, ਇਹਦੇ ਪਿੱਛੇ ਅਸਲ ਹਕਾਇਕ ਕੀ ਨੇ। ਇੱਕ ਨਾ 23 ਸਾਲ ਦੀ ਬੱਚੀ ਕਤਲ ਹੋ ਗਈ, ਅਸੀਂ ਕਿਵੇਂ ਛੱਡ ਦੀ ਕਪਲ? ਪੂਰਾ ਖਾਨਦਾਨ ਤਮਾਸ਼ਾ ਦੇਖਦਾ ਰਿਹਾ। ਪੂਰਾ ਖਾਨਦਾਨ ਕਿਉਂ ਨਹੀਂ ਸਾਹਮਣੇ ਆ ਰਿਹਾ? ਖਾਨਦਾਨ ਮੈਨੂੰ ਦੱਸੋ ਨਾ, ਤਾਂ ਕਿ ਉਹ ਰੋਲਾ ਗੋਲਾ ਨਹੀਂ ਖਤਮ ਹੋ ਜਾਵੇ। ਜਿਹਦਾ ਨਾ ਹੱਕ ਕਤਲ ਹੁੰਦਾ, ਉਹ ਰੋਡ ਤੇ ਜਿੰਨੇ ਵੀ ਕਤਲ ਹੋਏ ਨੇ ਅੱਜ ਤੱਕ ਨਾ ਹੱਕ, अगले ने रोड ब्लॉक करते ने लाश रख के। नाज़रीन, वालिद साहब से बात करने की कोशिश की तो उसने कहा मैंने नहीं करनी। माँ से बात करने की कोशिश की तो उसने कहा मैंने भी नहीं करनी। हमें कौन इंसाफ देगा, कहाँ इंसाफ मिलेगा? और फिर मुजरम की बीवी जो थी वो तो हमें कह रही थी निकलो निकलो। नहीं बस ठीक है, साडी कुड़ी मर गई, असि नहीं इंटरव्यू देना, असि नहीं किसी इंसाफ चाहिए, बस हो गया। क्यों इंसाफ नहीं चाहिए? ओ भाई जी आओ ना, ਉਹ ਮੇਰੀ ਮਾਂ ਹੈ, ਉਹ ਮੇਰੀ ਭੈਣ ਹੈ, ਮੀਡੀਆ ਤੇ ਆ ਕੇ ਸਾਨੂੰ ਦੱਸੋ ਕਿ ਹਾਂ ਸਾਡੀ ਬੱਚੀ ਨਾਲ ਜ਼ਿਆਦਤੀ ਹੋਈ ਹੈ, ਅਸੀਂ ਉਸ ਇਕਰਾਮ ਨੂੰ ਫਾਂਸੀ ਦਿਵਾਵਾਂਗੇ। ਲੇਕਿਨ ਮੇਰੀ ਗੱਲ ਲਿਖ ਲਓ, ਤੁਸੀਂ ਉਸ ਦਿਨ ਉਹ ਬੰਦਿਆਂ ਨੂੰ ਮਿਲਣ ਤੋਂ ਬਾਅਦ ਖੁਫੀਆ ਜਿਹੜੀ ਮੁਲਾਕਾਤਾਂ ਹੋਈਆਂ ਔਰ ਉਸ ਤੋਂ ਬਾਅਦ ਮਾਂ ਨੂੰ ਮਿਲਣ ਤੋਂ ਬਾਅਦ ਹਾਂਜੀ ਤੁਸੀਂ ਖੁਦ ਮੈਨੂੰ ਕਿਹਾ ਸੀ ਕਿ ਇਹ ਵੀ ਮੁਲਵਸ ਨੇ। ਭਾਜਨ ਇੱਕ ਬੰਦਾ ਦਾ ਕਹਿ ਨਹੀਂ ਰਿਹਾ, ਇਹ ਤੇ ਸਾਡੀ ਮੇਰੀ ਗੱਲ ਹੈ ਨਾ ਕਿ ਯਾਰ ਮੇਰਾ ਇੱਕ ਬੰਦਾ ਨਾ ਹੱਕ ਮਰ ਗਿਆ ਤੇ ਮੇਰੇ ਕੋਲ ਤੁਸੀਂ ਆਏ ਹੋ कि तेरे नाल ज्यादती हुई है, मैं कहूंगा नहीं है, छोड़ो जी मैं इंटरव्यू नहीं देना, जाओ तुसी। इनका की मतलब? क्यों भाई, मेरा ना हक है, मेरी ज्यादती, मैं तो पूरी आवाम च रौला पावांगा, मैं आला हकाम नूं कहांगा मैनूं इंसाफ दिता जावे, मेरा ना हक कत्ल होया, मैनूं जेड़ा बंदा कहेगा हां मैं कहूंगा मेरे नाल ज्यादती हुई, ਜਦੋਂ मैं कह रहा कि मैं नहीं गल ज़ाद खान साहब पूरा खानदान मुलवस, ਇਹ ਤੇ ਤੁਹਾਨੂੰ ਤੁਹਾਡੇ ਜ਼ਰਾਏ ਨੇ ਦੱਸ ਦਿੱਤਾ, ਲੋਕਾਂ ਨੇ ਦੱਸ ਦਿੱਤਾ। ਹਾਂ ਉੱਥੇ ਮਾਂ ਵੀ ਮੁਲਵਸ, ਵੱਡੀ ਭੈਣ ਵੀ ਮੁਲਵਸ, ਉਹਦੀ ਬੀਵੀ, ਬਾਪ ਵੀ ਪਿੱਛੇ ਪਿੱਛੇ। ਹੁਣ ਇਹਨੂੰ ਸਜ਼ਾ ਕਿਵੇਂ ਹੋਏਗੀ? ਤੁਹਾਨੂੰ ਕਿਹਨੇ ਕਿਹਾ ਸਜ਼ਾ ਹੋਏਗੀ? ਕੀ ਜੁਰਮ ਨਹੀਂ ਉਹਨੇ ਕੀਤਾ? ਆ ਮੀਆਂ ਸਾਹਿਬ ਕੀ ਹੋ ਗਿਆ ਤੁਹਾਨੂੰ? ਅੱਲਾਹ ਪਾਕ ਮਾਫ ਕਰ ਦੇਵੇ, ਮੇਰੇ ਮੂੰਹ ਚ ਐਵੇਂ ਸੱਚ ਨਿਕਲ ਆਏਗਾ, ਇਹ ਮੇਰੀ ਜ਼ਾਤੀ ਗੱਲ ਹੈਗੀ ਏ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਕਿਉਂਕਿ ਮੈਂ ਕ੍ਰਾਈਮ ਤੇ ਕੰਮ ਕਰ ਰਿਹਾ ਕਾਫੀ ਅਰਸੇ ਤੋਂ। ਜਿੱਥੇ ਤੱਕ ਮੇਰਾ ਆਪਣਾ ਤਜਰਬਾ ਹੈਗਾ, 5 ਤੋਂ 6 ਮਹੀਨਿਆਂ ਦੇ ਵਿੱਚ ਇਹ ਇਕਰਾਮ ਮੁਜਰਮ ਬਾਹਰ ਹੋਏਗਾ। ਬਾਹਰ ਹੋਏਗਾ ਕਤਲ ਤੋਂ ਬਾਅਦ? ਹਾਂਜੀ ਭੈਣ, ਕਤਲ ਤੋਂ ਬਾਅਦ ਇਹ ਬਾਹਰ ਹੋਏਗਾ, ਤੁਹਾਨੂੰ ਬਾਹਰ ਨਾ ਮਿਲੇ ਮੈਨੂੰ ਫਿਰ ਦੱਸਣਾ। ਤੇ ਉਸ ਫਲਕ ਸ਼ੇਰ ਦਾ ਕੀ ਬਣੇਗਾ? ਫਲਕ ਸ਼ੇਰ ਤੇ ਬਾਅਦ ਜ਼ਿੰਦਗੀ ਤਬਾਹ ਹੋ ਗਈ। ਉਹ ਭਾਈ 28 ਸਾਲ ਬਾਅਦ ਤੇ ਖਾਨਦਾਨ ਆਪਸ ਚ ਮਿਲਣ ਲੱਗਾ ਸੀਗਾ, ਤੁਹਾਨੂੰ ਇਸ ਗੱਲ ਦਾ ਪਤਾ? 28 ਸਾਲ ਬਾਅਦ? ਹਾਂਜੀ, ਉਹ ਫਲਕ ਸ਼ੇਖ ਤੇ ਇਹ ਜਿਹੜੀ ਕੁੜੀ ਹੈ, ਇਹ ਮਾਮੇ ਚਾਚੇ ਨੇ, ਇਹ ਮਾਮੇ ਦਾ ਮੁੰਡਾ ਸੀ, ਉਹਦਾ ਫੁੱਫੀ ਦਾ ਮੁੰਡਾ, ਮਾਮੇ ਦਾ ਮੁੰਡਾ, ਠੀਕ ਹੈ ਨਾ, ਖਾਨਦਾਨੀ ਰਿਸ਼ਤਾ ਸੀ। ਪਿਓ ਮਰਿਆ ਤਕਰੀਬਨ, ਇਹ ਫਲਕ ਸ਼ੇਖ ਅਜੇ ਮਾਂ ਦੇ ਪੇਟ 'ਚ ਸੀ ਜਿਹੜਾ ਪਿਓ ਮਰ ਗਿਆ। ਪਿਓ ਮਰਨ ਤੋਂ 2 ਮਹੀਨੇ ਬਾਅਦ ਇਹ ਪੈਦਾ ਹੋਇਆ। ਉਸ ਤੋਂ ਬਾਅਦ ਇਹਨਾਂ ਦਾ ਖਾਨਦਾਨੀ ਉਸ ਮਾਂ ਨੇ ਕਿਸ ਤਰ੍ਹਾਂ ਬੱਚੇ ਪਾਲੇ, ਖਾਨਦਾਨ ਅਲੱਗ ਹੋ ਗਿਆ, ਹਰ ਚੀਜ਼ ਅਲੱਗ ਹੋ ਗਈ। 28 ਸਾਲ ਬਾਅਦ ਇਹ ਖਾਨਦਾਨ ਆਪਸ 'ਚ ਮਿਲਾਪ ਹੋ ਰਿਹਾ ਸੀਗਾ। ਹੁਣ ਪਤਾ ਨਹੀਂ ਤੁਹਾਨੂੰ? ਹਾਂ ਸਮਝ ਗਿਆ। ਤੁਹਾਨੂੰ ਇਸ ਗੱਲ ਦਾ ਪਤਾ? ਜਿਹੜੇ ਬੰਦੇ ਨੇ, ਇਹ ਕੁੜੀ ਰਾਜ਼ੀ ਸੀ, ਕੁੜੀ ਫਲਕ ਸ਼ੇਰ ਰਾਜ਼ੀ ਸੀ, ਲੇਕਿਨ ਬਾਕੀ ਜਿਹੜੇ ਹਰ ਇੰਨੇ ਅਰਸੇ ਤੋਂ ਰੋਲਿਆਂ 'ਚ ਸੀ। ਹਰ ਖਾਨਦਾਨ ਦੇ ਵਿੱਚ ਇੱਕ ਸ਼ੈਤਾਨ ਐਸਾ ਹੁੰਦਾ ਜੀ ਜਿਹੜਾ 6 ਘਰਾਂ ਨੂੰ ਲੜਾ ਕੇ ਕਹਿ ਰਿਹਾ ਹੁੰਦਾ ਬਾਅਦ 'ਚ यार मैं तो चाहना ये सारे रल के बह जाए, हालांकि वो नहीं चाहता। समझ गए? इसी तरह खान साहब तुसी
सूरत वाजे कर देती है 28 साल बाद खानदान ਉਹ ਬੰਦਾ ਜਿਹਨੇ ਕਿਹਾ 28 ਸਾਲ ਬਾਅਦ ਵੀ ਨਹੀਂ ਨਹੀਂ ਇਹ ਨਹੀਂ ਇਕੱਠੇ ਹੋ ਸਕਦੇ ਤੇ ਉਹਨੇ ਕੁੜੀ ਮਰਵਾ ਦਿੱਤੀ। ਇੱਕ ਭਰਾ ਨੇ ਆਪਣੀ ਭੈਣ ਨੂੰ ਕਤਲ ਕੀਤਾ, ਉਹਦਾ ਮੁਦਈ ਕੌਣ ਬਣਿਆ? ਲੱਗੇ ਰਿਹਾ ਕਿ ਕੁੜੀ ਆਪਣੀ ਮਰਜ਼ੀ ਨਾਲ ਉਹਦੇ ਨਾਲ ਸ਼ਾਦੀ ਕਰ ਰਹੀ ਸੀ, ਹਾਂਜੀ। ਮੁਹੱਬਤ ਦੀ ਸ਼ਾਦੀ, ਹਾਂਜੀ। ਔਰ ਉਹ ਖਾਨਦਾਨ ਨੂੰ ਮਿਲਾਨ ਦੇ ਵਿੱਚ ਕਿਰਦਾਰ ਅਦਾ ਕਰ ਰਹੀ ਸੀ। ਹਾਂਜੀ। ਲੇਕਿਨ ਤੀਸਰੀ ਤਾਕਤ ਜਿਹਦੇ ਵਿੱਚ ਮਾਂ ਦੀ ਵੀ ਅੰਡਰਸਟੈਂਡਿੰਗ, ਵੱਡੀ ਭੈਣ ਦੀ ਵੀ ਅੰਡਰਸਟੈਂਡਿੰਗ ਔਰ ਇਹਦੀ ਮੁਜਰਮ ਇਕਰਾਮ ਦੀ ਵੀ ਅੰਡਰਸਟੈਂਡਿੰਗ ਤੇ ਇਹਨਾਂ ਨੇ ਗੇਮ ਕਰਦੇ ਹੋਇਆ ਉਹਨੂੰ ਮਾਰ ਦਿੱਤਾ। ਮੈਨੂੰ ਤੇ ਇਹ ਸਮਝ ਆਈ ਭਾਜਨ, ਮੈਂ ਤੁਹਾਨੂੰ ਇੱਕ ਵੱਡੀ ਗੱਲ ਦੱਸਾਂ, ਇੱਕ ਭਰਾ ਨੇ ਆਪਣੀ ਭੈਣ ਨੂੰ ਕਤਲ ਕੀਤਾ, ਉਹਦਾ ਮੁਦਈ ਕੌਣ ਬਣਿਆ? ਉਸ ਭਰਾ ਦਾ ਪਿਓ, ਉਸ ਬੱਚੀ ਦਾ ਪਿਓ। ਪੁਲਿਸ ਉਸ ਭਰਾ ਨੂੰ ਲੈ ਗਈ 302 ਚ। 2 ਮਹੀਨੇ ਬਾਅਦ ਪਿਓ ਨੇ ਆਪਣੇ ਪੁੱਤਰ ਨੂੰ ਮਾਫ ਕਰਤਾ, ਪੁੱਤਰ ਵੀ ਬਾਹਰ, ਪਿਓ ਵੀ ਬਾਹਰ, ਬੱਚੀ ਕਤਲ ਤੇ ਮਾਂ ਇਹਦੇ ਵਿੱਚ ਮਦਈ। ਪਿਓ ਕਿਉਂ ਨਹੀਂ ਬਣਿਆ? ਮਾਂ ਕਹਿੰਦੀ ਕਿ ਕੁਝ ਵੀ ਨਹੀਂ ਹੋਇਆ। ਪਿਓ ਕਿਉਂ ਨਹੀਂ ਬਣਿਆ ਮਦਈ? ਭਰਾ ਕਿਉਂ ਨਹੀਂ ਬਣਿਆ? ਔਰਤ ਨੂੰ ਮਦਈ ਕਿਉਂ ਬਣਾਇਆ? ਮੈਨੂੰ ਸਮਝਾ ਦਿਓ ਤੁਸੀਂ। ਸ਼ੱਕ ਜਾਂਦੇ ਨੇ ਭਾਈ, ਮਾਂ ਕਿਉਂ ਮਦਈ ਬਣੀ ਹੈ? ਜ਼ਾਦ ਖਾਨ ਸਾਹਿਬ ਇਨਸਾਫ ਨਹੀਂ ਨਜ਼ਰ ਆ ਰਿਹਾ। ਉਹ ਸਰ ਕਿੱਥੇ ਇਨਸਾਫ? ਪੁਲਿਸ ਨੇ 6 ਮਹੀਨੇ ਬਾਅਦ ਬੰਦਾ ਬਾਹਰ। ਇਨਸਾਫ ਪੁਲਿਸ ਨੇ ਦੇਣਾ, ਪੁਲਿਸ ਨੇ ਆਪਣੀ ਕਾਰਵਾਈ ਕਰਨੀ, ਜੱਜ ਨੇ ਸਜ਼ਾ ਸੁਣਾਣੀ। ਮੇਰਾ ਬੰਦਾ ਮਰਿਆ, ਮੈਂ ਹੀ ਕਹਿਣਾ ਮੈਂ ਮਾਫ ਕਰਤਾ, ਤੁਸੀਂ ਕਿਵੇਂ ਸਜ਼ਾ ਦਿਓਗੇ? ਗੱਲ ਖਤਮ। ਮਾਂ ਨੇ ਗਵਾਹ ਵੀ ਨਹੀਂ ਹੋਣੇ। ਉਹ ਸਰ 3-4 ਮਹੀਨੇ ਬਾਅਦ ਦੇਖਣਾ ਉਹਦੀ ਮਾਂ ਨੇ ਕਹਿਣਾ ਮੇਰੀ 2 ਧੀਆਂ ਨੇ ਉਸ ਘਰ 'ਚ, ਇੱਕ ਧੀ ਇਕਰਾਮ ਨਾਲ ਸ਼ਾਦੀशुदा, ਉਹਦੇ 2 ਬੱਚੇ ਨੇ, ਹੁਣ ਮੈਂ ਕਿਵੇਂ ਬੇਵਾ ਕਰ ਲਵਾਂ? ਇੱਕ ਧੀ ਮੇਰੇ ਉਹਦੇ ਵੱਡੇ ਮੈਂ ਮਜਬੂਰ ਹਾਂ, 2 ਧੀਆਂ ਘਰ ਆ ਜਾਣਗੀਆਂ, ਮੈਂ ਮਾਫ ਕਰਦੀ ਹਾਂ। ਅੱਛਾ, ਉਹ ਇਕਰਾਮ ਦੀ ਬੀਵੀ ਹਾਂ ਤੇ ਉਹਦੀ ਮਾਂ ਆਇਸ਼ਾ ਦੀ ਇੱਕੋ ਪੇਜ ਤੇ ਸੀ, ਨਾਲ ਹਰ ਗੱਲ ਨਾਲ ਉਹ ਪਿੱਛੇ ਚੜੀ ਹੋਈ ਸੀ। ਹਾਂਜੀ, ਮੈਂ ਆਪਣਾ ਤਜ਼ੀਆ ਦਿੱਤਾ, ਜਿਹੜੇ ਉੱਥੇ ਖੁਫੀਆ ਜ਼ਰਾਏ ਸਨ ਜਿਨ੍ਹਾਂ ਨੇ ਨਾ ਦੱਸਣ ਦੀ ਸ਼ਰਤ ਮੈਨੂੰ ਗੱਲਾਂ ਦੱਸੀਆਂ ਨੇ, ਸਾਰਾ ਕੁਝ ਤੁਹਾਡੇ ਸਾਹਮਣੇ ਦੱਸਿਆ। ਬਾਕੀ ਉਹਨੂੰ ਜਿਹੜੇ ਦੇਖਣ ਵਾਲੇ ਨਾ, ਇਹ ਬੜੇ ਜ਼ਹੀਨ ਤੇ ਤੇਜ਼ ਲੋਕ ਨੇ, ਸਾਡੇ 2 ਦਿਮਾਗ ਨੇ, ਉਹ ਕਰੋੜਾਂ ਦੇ ਹਿਸਾਬ ਨਾਲ ਲੋਕ ਬੈਠੇ ਨੇ, ਬੜੇ ਜ਼ਹਾਨਤ, ਬੜੇ ਜ਼ਹੀਨ, ਪੜ੍ਹੇ ਲਿਖੇ ਲੋਕ ਬੈਠੇ ਨੇ। ਉਹ ਦੱਸ ਦੇਣ ਇਹ ਜਿੰਨੀਆਂ ਗੱਲਾਂ ਨੇ, ਇਹਦੇ ਚ ਲੱਗਦਾ ਕਿ ਇਕਰਾਮ ਨੇ ਕਤਲ ਕੀਤਾ ਜਾਂ ਹੋਰ ਕੋਈ ਸ਼ਾਮਲ ਨਹੀਂ ਹੈਗਾ। ਇਹ ਮੁਦਈ ਮਾਂ ਕਿਉਂ ਬਣੀ? ਪਿਓ ਕਿਉਂ ਨਹੀਂ ਬਣਾ? ਭਰਾ ਕਿਉਂ ਨਹੀਂ ਬਣਿਆ? ਮੁਦਈ ਭਰਾ ਨੂੰ ਬਣਨਾ ਚਾਹੀਦਾ ਸੀ ਯਾਰ, ਪਿਓ ਨੂੰ ਬਣਨਾ ਚਾਹੀਦਾ ਸੀਗਾ। ਚਲੋ ਪਿਓ ਨਹੀਂ ਤਾਂ ਭਰਾ ਨੂੰ ਬਣਨਾ ਚਾਹੀਦਾ ਸੀ, ਮਰਦ ਨੂੰ ਬਣਨਾ ਚਾਹੀਦਾ। ਮਾਂ ਕਿਉਂ ਮੁਦਈ ਬਣੀ? ਇਹ ਸਾਰੀਆਂ ਗੱਲਾਂ ਤੁਸੀਂ ਦੱਸੋ, ਤੁਹਾਨੂੰ ਲੱਗਦਾ ਇਕਰਾਮ ਨੂੰ ਸਜ਼ਾ ਹੋਏਗੀ? ਮੇਰਾ ਜ਼ਾਤੀ ਤਜਰਬਾ ਹੈ, ਉਹਨੂੰ ਸਜ਼ਾ ਨਹੀਂ ਹੋਏਗੀ, ਉਹ ਬਾਹਰ ਹੋਏਗਾ। ਬਾਕੀ ਤੁਸੀਂ ਆਪਣੀ ਰਾਏ ਦੱਸੋ ਵੀ ਉਹਨੂੰ ਸਜ਼ਾ ਹੋਏਗੀ ਜਾਂ ਉਹ ਛੱਡ ਦੇਣਗੇ। ਨਾਲੇ ਇੱਕ ਹੋਰ ਮੈਂ ਜਾਂਦੇ ਗੱਲ ਦੱਸਦਾ, ਥਾਣੇ ਕਚਹਿਰੀ 'ਚ ਮਰਦ ਜਿਹੜਾ ਨਾ ਧੱਕੇ ਖਾ ਸਕਦਾ, ਔਰਤ ਜ਼ਿਆਦਾ ਧੱਕੇ ਨਹੀਂ ਖਾ ਸਕਦੀ। ਮੁਦਈ ਹੈ ਮਾਂ ਜ਼ਿਆਦਾ ਧੱਕੇ ਨਹੀਂ ਜਾਣ ਬੁੱਝ ਕੇ ਮਾਂ ਨੂੰ ਮੁਦਈ ਬਣਾਇਆ, ਇਹ ਵੀ ਸ਼ਰਾਰਤ। ਭਾਈ ਜੀ, ਸਾਰੀ ਦੁਨੀਆ ਸਮਝਦਾਰ ਹੈ, ਮੈਂ ਨਹੀਂ ਕਹਿ ਰਿਹਾ, ਇਹ ਲੋਕੀ ਦੱਸਣਗੇ, ਉਹ ਬੈਠੇ ਨੇ, वो मेरे तो ज्यादा समझदार ने, ज़हीन पढ़े लिखे लोग ने, वो तो कमेंट्स करके दस देंगे। ज़ाद खान साहब बहुत शुक्रिया। नाज़रीन, आप अपनी राय का इज़हार कीजिएगा, आपको क्या लगता है, और देखते हैं कि कब तक उसको सजा होती है या कब वो बाहर आता है। इजाजत दीजिए, अल्लाह ने के बाद।